हेलो स्टूडेंट्स, वेलकम बैक टू माय चैनल फिजिक्स बाय सिद्धू साहब। ਅੱਜ ਦੇ ਇਸ ਟੌਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਨੰਬਰ 1 ਏਰੀਆ ਵੈਕਟਰ ਬਾਰੇ ਤੇ ਨੰਬਰ 2 ਇਲੈਕਟ੍ਰਿਕ ਫਲਕਸ ਬਾਰੇ। ਤਾਂ ਜੁੜੇ ਰਹੋ ਇਸ ਵੀਡੀਓ ਦੇ ਵਿੱਚ। ਹਾਂਜੀ, ਪਹਿਲਾਂ ਆਪਾਂ ਗੱਲ ਕਰਦੇ ਹਾਂ ਏਰੀਆ ਵੈਕਟਰ ਬਾਰੇ। ਹੁਣ ਤੱਕ ਆਪਾਂ ਨੇ ਸੁਣਿਆ ਕਿ ਏਰੀਆ ਇੱਕ ਸਕੇਲਰ ਕੁਆਂਟੀਟੀ ਆ। ਏਰੀਆ ਨੂੰ ਆਪਾਂ ਪਤਾ ਕਰ ਦਾਂਗੇ ਲੈਂਥ ਇਨਟੂ ਬ੍ਰੈਡਥ। ਜੇਕਰ ਕੋਈ ਰੈਕਟੈਂਗੂਲਰ ਆਬਜੈਕਟ ਹੈ, ਜੇ ਸਰਕੂਲਰ ਹੈ ਤਾਂ ਪਾਈ ਆਰ ਸਕੁਅਰ, ਬਹੁਤ ਸਾਰੇ ਫਾਰਮੂਲੇ ਨੇਗੇ। ਤਾਂ ਹੁਣ ਆਪਾਂ ਗੱਲ ਕਰਾਂਗੇ ਜੋ ਅੱਜ ਪੜ੍ਹਨਾ ਆਪਾਂ ਨੇ ਉਸ ਦੇ ਵਿੱਚ ਪੜਾਂਗੇ ਕਿ ਏਰੀਆ ਇੱਕ ਵੈਕਟਰ ਕੁਆਂਟੀਟੀ ਆ। ਉਹ ਕਿਸ ਤਰ੍ਹਾਂ? ਪਹਿਲਾਂ ਆਪਾਂ ਇਸ ਦੀ ਡੈਫੀਨੇਸ਼ਨ ਲਿਖਦੇ ਹਾਂ ਏਰੀਆ ਵੈਕਟਰ ਦੀ। ਏਰੀਆ ਵੈਕਟਰ ਦੀ ਡੈਫੀਨੇਸ਼ਨ ਕੀ ਆ? ਇਟ ਇਜ਼ ਅ ਲਾਈਨ ਪਰਪੈਂਡੀਕੂਲਰ ਟੂ ਦਾ ਸਰਫੇਸ। ਇਸ ਨੂੰ ਆਪਾਂ ਕੀ ਹੈ, ਇੱਕ ਲਾਈਨ ਆ ਜੋ ਸਰਫੇਸ ਦੇ ਜੋ ਪਲੇਨ ਆਪਣਾ ਜੋ ਵੀ ਏਰੀਆ ਹੈ ਉਸ ਦੇ ਪਰਪੈਂਡੀਕੂਲਰ ਇੱਕ ਲਾਈਨ ਹੁੰਦੀ ਹੈ, ਉਸ ਨੂੰ ਆਪਾਂ ਕਹਿੰਦੇ ਆ ਏਰੀਆ ਵੈਕਟਰ। ਠੀਕ ਹੈ। ਫੋਰ ਐਗਜ਼ਾਮਪਲ ਜਿਵੇਂ ਕਿ ਆਹ ਸਰਕੂਲਰ ਡਿਸਕ ਆ, ਤਾਂ ਇਸ ਦੇ ਪਰਪੈਂਡੀਕੂਲਰ ਇੱਕ ਲਾਈਨ ਇਹ ਹੋਵੇਗਾ ਏਰੀਆ ਵੈਕਟਰ। ਏਰੀਆ ਵੈਕਟਰ ਨੂੰ ਆਪਾਂ ਦੋ ਅੱਖਰਾਂ ਦੇ ਨਾਲ ਡੋਨੇਟ ਕਰਦੇ ਹਾਂ। ਇੱਕ ਤਾਂ ਹੈ ds ਵੈਕਟਰ ਜਾਂ dA ਵੈਕਟਰ। ਇਸ ਤਰ੍ਹਾਂ ਆਪਾਂ ਕਈ ਬੁੱਕਸ ਦੇ ਵਿੱਚ dA ਵੈਕਟਰ, ਕਈਆਂ ਦੇ ਵਿੱਚ ds ਵੈਕਟਰ ਨਾਲ ਲਿਖਿਆ ਜਾਂਦਾ ਹੈ। ਇਹ ਇੱਕ ਵੈਕਟਰ ਕੁਆਂਟੀਟੀ ਹੈ। ਪਰ ਹੁਣ ਆਪਾਂ ਨੂੰ ਇਹ ਵੀ ਪਤਾ ਕਿ ਜੋ ਡਿਸਕ ਹੈ ਜਾਂ ਕੋਈ ਵੀ ਜਿਵੇਂ ਆ ਪਲੇਨ ਹੈ ਤਾਂ ਇਸ ਦੀ ਦੋ ਡਾਇਰੈਕਸ਼ਨਸ ਨੇਗੀਆਂ, ਇੱਕ ਉੱਪਰ ਨੂੰ ਇੱਕ ਨੀਚੇ ਨੂੰ। ਤਾਂ ਦੋਨੋਂ ਸਹੀ ਨੇ। ਦੋਨੋਂ ਸਹੀ ਕਿਵੇਂ ਨੇ? ਇਹ ਵੀ ds ਵੈਕਟਰ ਹੈ। ਤਾਂ ਕਨਫਿਊਜ਼ ਨਹੀਂ ਹੋਣਾ। ਏਰੀਆ ਦੀਆਂ ਦੋ ਡਾਇਰੈਕਸ਼ਨਸ ਹੁੰਦੀਆਂ ਨੇ, ਦੋਨੋਂ ਸਹੀ ਨੇ। ਠੀਕ ਹੈ, ਫॉर ਪਲੇਨ ਆਬਜੈਕਟ। ਹੁਣ ਆਪਾਂ ਦੂਜੀ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਚੰਗੀ ਤਰ੍ਹਾਂ। ਮੰਨ ਲਓ ਆਪਣੇ ਕੋਲੇ x y z ਇਹ ਕੋਆਰਡੀਨੇਟਸ ਨੇ ਕਿ ਇਹਦੇ ਵਿੱਚ ਆਪਾਂ ਇੱਕ ਏਰੀਆ ਐਲੀਮੈਂਟ ਮੰਨਦੇ ਹਾਂ। ਮੰਨ ਲਓ ਇੱਥੇ ਇੱਕ ਸਕੁਅਰ ਪਿਆ। ਠੀਕ ਹੈ, O A B C ਇਹ ਸਕੁਅਰ ਫਾਰਮ ਦੇ ਵਿੱਚ ਏਰੀਆ ਹੈ ਆਪਣੇ ਕੋਲੇ। ਤਾਂ ਹੁਣ ਇਸ ਵੈਕਟਰ ਫਾਰਮ ਦੇ ਵਿੱਚ ਆਪਾਂ ਨੇ ਹੁਣ ਏਰੀਆ ਕੈਲਕੂਲੇਟ ਕਰਨਾਗਾ। ਵੈਕਟਰ ਫਾਰਮ ਦੇ ਵਿੱਚ ਕੀ ਤਰੀਕਾ ਹੈ ਏਰੀਆ ਕੈਲਕੂਲੇਟ ਕਰਨ ਦਾ? ਜਿਵੇਂ ਲੈਂਥ ਇਨਟੂ ਬ੍ਰੈਡਥ ਹੁੰਦੀ ਹੈ, ਸਕੁਅਰ ਦਾ ਕੀ ਹੋਊਗਾ? ਸਾਈਡ ਬਾਈ ਸਾਈਡ ਹੈ ਨਾ। ਤਾਂ ਇੱਥੇ ਜੋ ਇਸ ਨੂੰ ਆਪਾਂ ਕਹਾਂਗੇ OA ਵੈਕਟਰ ਵੈਕਟਰ ਫਾਰਮ ਦੇ ਵਿੱਚ, ਤੇ ਇਸ ਨੂੰ ਲਿਖਾਂਗੇ OC ਵੈਕਟਰ। ਬਟ ਦੋਨਾਂ ਦੀ ਲੈਂਥ ਕੀ ਹੈ? AA ਹੈ। ਕਲੀਅਰ ਹੈ? ਤਾਂ ਮੈਂ ਇੱਥੇ ਕੀ ਲਿਖੂੰਗਾ? ਸਿੰਪਲ ਏਰੀਆ ਜੇ ਪਤਾ ਕਰਨਾ ਹੋਵੇ ਆਪਾਂ ਨੇ ਤਾਂ ਲਿਖਾਂਗੇ A A ਸਕੁਅਰ। ਠੀਕ ਹੈ, ਆਸ ਕਾਮਨ ਮਲਟੀਪਲਾਈ ਹੈ ਇਹਦਾ ਸਿੰਪਲ ਏਰੀਆ ਹੋ ਗਿਆ। ਤੇ ਹੁਣ ਜੇ ਆਪਾਂ ਗੱਲ ਕਰ ਰਹੇ ਏਰੀਆ ਵੈਕਟਰ ਦੀ, ਤਾਂ ਏਰੀਆ ਵੈਕਟਰ ਪਤਾ ਕਰਨ ਵਾਸਤੇ ਕੀ ਕਰਨਾ ਪਊ ਆਪਾਂ ਨੂੰ? ਇਸ ਦੀ ਕ੍ਰਾਸ ਪ੍ਰੋਡਕਟ ਕਰਨੀ ਪਊਗੀ। ਇਹ ਆਪਾਂ +1 ਚ ਹੀ ਪੜਿਆ ਵੈਕਟਰਸ ਬਾਰੇ, ਤਾਂ ਆਪਾਂ ਨੂੰ ਇੰਨੀ ਨੌਲੇਜ ਹੈਗੀ ਆ। ਤਾਂ ਏਰੀਆ ਵੈਕਟਰ dA ਵੈਕਟਰ ਔਰ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? ds ਵੈਕਟਰ। ਇਹ ਕਾਹਦੇ ਬਰਾਬਰ ਆ ਜਾਊਗਾ? this ਵੈਕਟਰ ਕ੍ਰਾਸ this, ਯਾਨੀ ਕਿ OA ਵੈਕਟਰ ਕ੍ਰਾਸ OC ਵੈਕਟਰ। ਤਾਂ ਕ੍ਰਾਸ ਪ੍ਰੋਡਕਟ ਕਰਕੇ ਆਪਾਂ ਏਰੀਆ ਪਤਾ ਕਰ ਸਕਦੇ ਹਾਂ। ਹੁਣ ਇੱਥੇ ਆਪਾਂ ਵੈਲਿਊ ਪੁੱਟ ਕਰ ਰਹੇ ਹਾਂ। O to A ਵੈਕਟਰ ਕਿੰਨਾ ਗਾ? A ਇਸ ਦਾ ਮੈਗਨੀਟਿਊਡ ਹੈ ਤੇ ਡਾਇਰੈਕਸ਼ਨ ਕਿਹੜੀ ਹੈ? x ਐਕਸਿਸ ਵੱਲ। x ਐਕਸਿਸ ਵੱਲ ਕਿਹੜਾ ਯੂਨਿਟ ਵੈਕਟਰ ਹੁੰਦਾ? i ਕੈਪ। ਤਾਂ ਆਪਾਂ ਲਿਖਾਂਗੇ A i ਕੈਪ ਕ੍ਰਾਸ ਆ ਕਿੰਨਾ? OC A j ਕੈਪ। ਤਾਂ A ਤੇ A ਤਾਂ ਸਕੇਲਰ ਨੇਗੇ, ਇਹਨਾਂ ਦੀ ਮਲਟੀਪਲਾਈ ਹੋ ਜੂਗੀ A ਸਕੁਅਰ। ਤਾਂ ਪਿੱਛੇ ਬਚ ਗਿਆ i ਕ੍ਰਾਸ j। ਕਲੀਅਰ? i ਕ੍ਰਾਸ j ਕੈਪ ਕਿੰਨਾ ਹੁੰਦਾ ਹੈ? i ਕ੍ਰਾਸ j ਕੀ ਹੁੰਦਾ ਹੈ? ਥਰਡ ਡਾਇਰੈਕਸ਼ਨ ਦੇ ਵਿੱਚ k ਕੈਪ। ਤਾਂ ਆਪਾਂ ਲਿਖਾਂਗੇ ਉਰੇ a ਸਕੁਅਰ k ਕੈਪ। ਤਾਂ ਇਹ ਆਪਣੇ ਕੋਲੇ ਏਰੀਆ ਵੈਕਟਰ ਦਾ ਆਨਸਰ ਆ ਗਿਆ ਇਸ ਕੇਸ ਦੇ ਵਿੱਚ। ਤਾਂ ਇਸ ਜੋ ਸਕੁਅਰ ਹੈ ਇਸ ਦਾ ਜੇ ਆਪਾਂ ਏਰੀਆ ਵੈਕਟਰ ਲਿਖਣਾ ਹੋਵੇ, ਇਹ ਸਕੁਅਰ ਜੋ ਏਰੀਆ ਹੈ ਉਹ ਕਿਹੜੇ ਪਲੇਨ ਦੇ ਵਿੱਚ ਪਿਆ ਹੈ? x ਤੇ y। x y ਪਲੇਨ ਦੇ ਵਿੱਚ ਪਿਆ ਹੈ। ਤੇ ਜੋ ਇਸ ਦਾ ਏਰੀਆ ਵੈਕਟਰ ਹੈ ਉਹ ਤੀਜੀ ਡਾਇਰੈਕਸ਼ਨ ਦੇ ਵਿੱਚ ਹੈ, z ਐਕਸਿਸ ਵੱਲ। ਤਾਂ ਕਰਕੇ ਤੀਜੀ ਡਾਇਰੈਕਸ਼ਨ ਦਾ ਜੋ ਕੰਪੋਨੈਂਟ ਹੈ k ਕੈਪ ਇੱਥੇ ਆਇਆ ਹੈ। ਤਾਂ ਆਪਾਂ ਕੀ ਕਹਿ ਸਕਦੇ ਏਰੀਆ ਵੈਕਟਰ ਕੀ ਹੈ? ਇਟ ਇਜ਼ ਅ ਲਾਈਨ ਪਰਪੈਂਡੀਕੂਲਰ ਟੂ ਦਾ ਸਰਫੇਸ। ਠੀਕ ਹੈ, ਉਸ ਨੂੰ ਆਪਾਂ ਕਹਿੰਦੇ ਉਸ ਦਾ ਏਰੀਆ ਵੈਕਟਰ। ਇਹ ਤਾਂ ਹੋ ਗਿਆ ਪਲੇਨ ਸਰਫੇਸ ਹੋ ਗਏ, ਜਿਵੇਂ ਆ ਡਿਸਕ ਹੋ ਗਿਆ ਜਾਂ ਆ ਰੈਕਟੈਂਗਲ ਹੋ ਗਿਆ ਜਾਂ ਸਕੁਅਰ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਤੀਜੀ ਤਰ੍ਹਾਂ ਦਾ ਜੋ ਏਰੀਆ ਹੋ ਸਕਦਾ ਕਿ ਆਪਣੇ ਕੋਲੇ ਜਿਵੇਂ ਸਫੀਅਰ ਹੈ
ਜਾਂ ਆਪਾਂ ਕਿਊਬ ਦੀ ਗੱਲ ਕਰੀਏ ਉਹਨਾਂ ਦਾ ਏਰੀਆ ਵੈਕਟਰ ਕਿਵੇਂ ਪਤਾ ਕਰਾਂਗੇ ਆਪਾਂ। ਠੀਕ ਹੈ, ਤਾਂ ਉਹਨਾਂ ਵਾਸਤੇ ਆਪਾਂ ਇੱਥੇ ਤੀਜੀ ਡਾਇਗਰਾਮ ਬਣਾ ਕੇ ਲਿਖਦੇ ਹਾਂ। ਮੰਨ ਲਓ ਸਫੀਅਰ ਹੈ ਇੱਕ ਸਰਕੂਲਰ, ਮਤਲਬ ਕਿ ਸਫੈਰੀਕਲ ਸ਼ੇਪ ਹੁੰਦੀ ਹੈ ਇਸਦੀ। ਤਾਂ ਇਸ ਦੇ ਵਿੱਚ ਕੀ ਹੈਗਾ, ਇਸ ਦਾ ਜੋ ਸਰਫੇਸ ਏਰੀਆ ਹੈ ਇਸ ਦੇ ਨਾਰਮਲ, ਇਸ ਦੇ ਪਰਪੈਂਡੀਕੂਲਰ ਹੀ ਆਪਾਂ ਜੋ ਲਾਈਨਾਂ ਬਣਾਵਾਂਗੇ ਉਹੀ ਇਸ ਦਾ ਕੀ ਹੋਊਗਾ, ਏਰੀਆ ਵੈਕਟਰ ਹੋਊਗਾ। ਪਰ ਇਸ ਤੇ ਆਪਾਂ ਗੱਲ ਕਰਾਂਗੇ ਕਿ ਕਿਸ ਪੁਆਇੰਟ ਤੇ, ਜਿਵੇਂ ਕਿ ਫੋਰ ਐਗਜ਼ਾਮਪਲ ਇਸ ਪੁਆਇੰਟ ਤੇ ਮੈਂ ਗੱਲ ਕਰਦਾ, ਇਸ ਪੁਆਇੰਟ ਤੇ ਮੈਂ ਦੇਖਣਾ ਚਾਹਾਂਗਾ ਇੱਥੇ ਮੈਂ ਛੋਟਾ ਜਿਹਾ ਏਰੀਆ ਅਸਿਊਮ ਕਰੂੰਗਾ ਜੋ ਕਿ ਪਲੇਨ ਹੋਵੇਗਾ, ਉਸ ਦੇ ਨਾਰਮਲ ਡਰਾ ਕਰ ਦੂੰਗਾ ਮੈਂ, ਉਹ ਬਣ ਗਿਆ ਆਪਣੇ ਕੋਲੇ ਇਸ ਏਰੀਆ ਵੈਕਟਰ ਦੀ डायरेक्शन ਇਸ ਪੁਆਇੰਟ A ਤੇ। ਠੀਕ ਹੈ, ds ਵੈਕਟਰ। ਜੇ ਮੈਂ ਇਸ ਪੁਆਇੰਟ ਤੇ ਪਤਾ ਕਰਨਾ ਚਾਹਾਂ ਤਾਂ ਮੈਂ ਇੱਥੇ ਛੋਟਾ ਜਿਹਾ ਏਰੀਆ ਲਵਾਂਗਾ, ਤਾਂ ਇਸ ਦੇ ਪਰਪੈਂਡੀਕੂਲਰ ds ਵੈਕਟਰ। ਇਹ ਜੋ ਪਰਪੈਂਡੀਕੂਲਰ ਹੈ ਉਹ ਆਲਵੇਜ਼ ਕਿੱਥੋਂ ਦੀ ਲੰਘੂਗਾ, ਇਸ ਦੇ ਸੈਂਟਰ ਵਿੱਚ ਦੀ ਪਾਸ ਹੋ ਕੇ ਸੈਂਟਰ ਤੋਂ ਜਾਂਦੀ ਹੋਈ ਲਾਈਨ ਹੋਵੇਗੀ। ਇੱਥੇ ਪੁਆਇੰਟ ਲਾਉਂਗਾ ਮੈਂ, ਤਾਂ ਇੱਥੋਂ ਇਹ ਹੋ ਗਿਆ, ਇੱਥੇ ਇਹ ਹੋ ਗਿਆ, ਤਾਂ ਇਹ ਸਾਰੇ ਕੀ ਨੇਗੇ, ਏਰੀਆ ਵੈਕਟਰਸ ਨੇ। ਇੱਕ ਹੋਰ ਐਗਜ਼ਾਮਪਲ ਦੇ ਨਾਲ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਮੰਨ ਲਓ ਕਿਊਬ ਹੈ, ਕਿਊਬ ਦੇ 6 ਫੇਸਿਸ ਹੁੰਦੇ ਨੇਗੇ, 6 ਪਾਸੇ ਹੁੰਦੇ ਨੇਗੇ। 6 ਪਾਸੇ ਕੀ ਨੇਗੇ, ਪਰਪੈਂਡੀਕੂਲਰ ਨੇ, ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ। ਤਾਂ ਆਪਾਂ ਜੇ ਗੱਲ ਕਰੀਏ ਇੱਥੇ ਇਹਨਾਂ ਦੇ ਏਰੀਆ ਵੈਕਟਰ ਦੀ, ਤਾਂ ਜਿਵੇਂ ਆਹ ਵਾਲਾ ਫੇਸ ਹੈ ਇਸ ਦਾ ਏਰੀਆ ਵੈਕਟਰ ਕਿੱਧਰ ਹੋ ਗਿਆ, ਇਸ ਡਾਇਰੈਕਸ਼ਨ ਦੇ ਵਿੱਚ। ਇਸ ਵਾਲੇ ਫੇਸ ਦਾ ਇਸ ਡਾਇਰੈਕਸ਼ਨ ਦੇ ਵਿੱਚ, ਇਹ ਸਾਈਡ ਵਾਲਾ ਦਾ ਇੱਧਰ ਆ, ਨੀਚੇ ਵਾਲਾ ਦਾ ਨੀਚੇ, ਆ ਜਿਹੜਾ ਮੇਰੀ ਤਰਫ ਹੈ ਇਹਦਾ ਇੱਧਰ ਹੋਵੇਗਾ, ਤੇ ਜੋ ਪਰਾਂ ਹੈ ਉਸ ਦਾ ਪਰਾਂ ਹੋਵੇਗਾ। ਤਾਂ ਇਸ ਤਰ੍ਹਾਂ ਸਾਰਿਆਂ ਦੇ 6 ਦੇ 6 ਫੇਸਿਸ ਦੇ ਜੋ ਏਰੀਆ ਵੈਕਟਰਸ ਨੇ ਉਹ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਹੋਣਗੇ। ਤਾਂ ਇੱਥੋਂ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ ਏਰੀਆ ਵੈਕਟਰ ਕੀ ਹੁੰਦਾਗਾ, ਤੇ ਉਹ ਆਪਾਂ ਕਿਸੇ ਸਰਫੇਸ ਵਾਸਤੇ, ਕਿਸੇ ਵੀ ਸ਼ੇਪ ਵਾਸਤੇ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂਗੇ। ਠੀਕ ਹੈ, ਜੇ ਆਪਾਂ ਗੱਲ ਕਰੀਏ ਹੁਣ ਇਸ ਦੀ ਯੂਨਿਟਸ ਦੀ, ਯੂਨਿਟ ਕੀ ਹੈ, ਏਰੀਆ ਤੇ ਏਰੀਆ ਵੈਕਟਰ ਵੈਕਟਰ ਫਾਰਮ ਦੇ ਵਿੱਚ ਲਿਖਿਆ ਗਿਆ ਬਸ ਇਹ। ਤਾਂ ਇਹਦੀ ਯੂਨਿਟ ਕੀ ਹੈ, ਉਹੀ ਮੀਟਰ ਸਕੁਅਰ। ਐਸਆਈ ਯੂਨਿਟ ਕੀ ਹੈ ਇਹਦੀ, ਮੀਟਰ ਸਕੁਅਰ। ਸਿਮਿਲਰ ਟੂ ਏਰੀਆ ਜੋ ਹੈ, ਏਰੀਆ ਵੈਕਟਰ ਫਾਰਮ ਦੇ ਵਿੱਚ ਪੜਿਆ। ਅੱਜ ਆਪਾਂ ਨੇ ਪਿਛਲੇ, ਪਹਿਲਾਂ ਆਪਾਂ ਨੇ ਸੋਚਿਆ ਨਹੀਂ ਸੀ ਕਦੇ ਕਿ ਏਰੀਆ ਇੱਕ ਵੈਕਟਰ ਕੁਆਂਟੀਟੀ ਆ, ਅੱਜ ਆਪਾਂ ਨੂੰ ਇੱਥੋਂ ਪਤਾ ਲੱਗਿਆ ਕਿਉਂਕਿ ਇਸ ਦੀ ਇੱਕ ਡਾਇਰੈਕਸ਼ਨ ਹੁੰਦੀ ਹੈ। ਠੀਕ ਹੈ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜੇਕਰ ਮੈਂ ਕੋਈ ਸਰਫੇਸ ਇਸ ਤਰ੍ਹਾਂ ਅਸਿਊਮ ਕਰ ਲਵਾਂ, ਇੱਥੇ ਇਹ ਵਾਲਾ ਏਰੀਆ ਜੋ ਕਿ YZ ਐਕਸਿਸ ਦੇ ਵਿੱਚ ਹੈ, ਇਸ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਵੇਗੀ? ਤੁਸੀਂ ਮੈਨੂੰ ਇਸ ਦਾ ਜੋ ਆਨਸਰ ਹੈ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਠੀਕ, ਹੁਣ ਆਪਾਂ ਪੜ੍ਹਦੇ ਹਾਂ ਇਲੈਕਟ੍ਰਿਕ ਫਲਕਸ ਬਾਰੇ। ਏਰੀਆ ਵੈਕਟਰ ਦੀ ਜੋ ਨੌਲੇਜ ਹੈ, ਆਪਾਂ ਨੇ ਇਲੈਕਟ੍ਰਿਕ ਫਲਕਸ ਪਤਾ ਕਰਨ ਵਾਸਤੇ ਆਪਾਂ ਨੂੰ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਹੈ, ਇਸ ਲਈ ਆਪਾਂ ਏਰੀਆ ਵੈਕਟਰ ਪਹਿਲਾਂ ਪੜ੍ਹਿਆ ਹੈ। ਹੁਣ ਆਪਾਂ ਪੜ੍ਹਦੇ ਹਾਂ ਇਲੈਕਟ੍ਰਿਕ ਫਲਕਸ। ਇਲੈਕਟ੍ਰਿਕ ਫਲਕਸ ਦੀ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਇਲੈਕਟ੍ਰਿਕ ਫਲਕਸ ਦੀ ਡੈਫੀਨੇਸ਼ਨ ਕੀ ਹੈਗੀ? it is defined as the total number of electric field lines passing through a area या passing through a surface which are normal to it। ਤਾਂ ਕੀ ਹੈ ਇਹਦੀ ਡੈਫੀਨੇਸ਼ਨ ਕੀ ਹੈ? ਟੋਟਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਨੇ ਜਿੰਨੀਆਂ ਕਿ ਕਿਸੇ ਸਰਫੇਸ ਏਰੀਆ ਵਿੱਚ ਦੀ ਪਰਪੈਂਡੀਕੂਲਰਲੀ ਲੰਘ ਰਹੀਆਂ ਨੇ, ਉਹਨਾਂ ਨੰਬਰ ਆਫ ਲਾਈਨਸ ਨੂੰ ਆਪਾਂ ਕਹਿੰਦੇ ਕਿ ਗਿਣਤੀ ਕਰਕੇ ਨਾ, ਟੋਟਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ, ਉਸ ਨੂੰ ਆਪਾਂ ਕਹਿੰਦੇ ਉਸ ਦੀ ਇਲੈਕਟ੍ਰਿਕ ਫਲਕਸ। ਠੀਕ ਹੈ, ਹੁਣ ਆਪਾਂ ਇਹਨੂੰ ਡਾਇਗਰਾਮ ਦੇ ਨਾਲ ਸਮਝਦੇ ਹਾਂ। ਇਸ ਨੂੰ ਡਿਨੋਟ ਕਰਦੇ ਆ ਫਾਈ ਈ ਨਾਲ। ਈ ਪੈਰ ਦੇ ਵਿੱਚ ਤਾਂ ਪਾਇਆ ਗਿਆ ਕਿਉਂਕਿ ਇਲੈਕਟ੍ਰਿਕ ਵਾਸਤੇ ਆ, ਕਿਉਂਕਿ ਇਸੇ ਤਰ੍ਹਾਂ ਦੇ ਟੌਪਿਕ ਜੋ ਆਪਾਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਪੜ੍ਹਦੇ ਆ, ਇਸੇ ਤਰ੍ਹਾਂ ਇੱਕ ਮੈਗਨੇਟੋਸਟੈਟਿਕਸ ਆ, ਮੈਗਨੇਟਸ ਬਾਰੇ ਪੜਾਂਗੇ ਆਪਾਂ, ਸਿਮਿਲਰ ਟੌਪਿਕਸ। ਉੱਥੇ ਆਊਗੀ ਮੈਗਨੈਟਿਕ ਫਲਕਸ ਤੇ ਮੈਗਨੈਟਿਕ ਡਾਈਪੋਲ, ਤਾਂ ਉੱਥੇ ਐਮ ਪਾਵਾਂਗੇ ਆਪਾਂ ਪੈਰ ਦੇ ਵਿੱਚ। ਠੀਕ ਹੈ, ਬ੍ਰੈਕਟ ਬੀ ਪਾਵਾਂਗੇ ਜਾਂ ਐਮ ਪਾਵਾਂਗੇ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਡਿਫਰੈਂਸ ਬਣਿਆ ਰਹੇ। ਤਾਂ ਇੱਥੇ ਆਪਾਂ ਨੇ ਇਲੈਕਟ੍ਰਿਕ ਫਲਕਸ ਵਾਸਤੇ ਈ ਫਾਈ ਈ। ਠੀਕ ਹੈ, ਤਾਂ ਇਲੈਕਟ੍ਰਿਕ ਫਲਕਸ ਕੀ ਹੈ? ਟੋਟਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ, electric field lines passing through a surface normal to it। ਇਹ ਗੱਲ ਮੇਨ ਧਿਆਨ ਦੇ ਵਿੱਚ ਰੱਖਣੀ ਹੈ, normal to it, perpendicular to it।
ਤਾਂ ਹੁਣ ਆਪਾਂ ਇਸ ਦੀ ਡੈਫੀਨੇਸ਼ਨ ਤੋਂ ਬਾਅਦ ਹੁਣ ਆਪਾਂ ਇਹਦੀ ਗੱਲ ਕਰਦੇ ਵੀ ਕਿਸ ਤਰ੍ਹਾਂ ਕਿਵੇਂ ਸਮਝਾਉਣ ਵਾਸਤੇ ਕੀ ਕਰਦੇ ਆਪਾਂ ਇੱਕ ਡਾਇਗਰਾਮ ਬਣਾਉਣੇ ਆ। ਮੰਨ ਲਓ ਕਿ ਆਪਣੇ ਕੋਲੇ ਇੱਕ ਏਰੀਆ ਹੈ, ਠੀਕ, ਇਹ ਇਲੈਕਟ੍ਰਿਕ ਫੀਲਡ ਦੇ ਵਿੱਚ ਪਿਆ ਹੈ। ਤਾਂ ਹੁਣ ਤੁਸੀਂ ਦੱਸੋ ਮੈਨੂੰ ਇੱਥੇ ਇਸ ਏਰੀਆ ਵਿੱਚ ਦੀ ਕਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੋ ਰਹੀਆਂ ਨੇ, ਕਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੋ ਰਹੀਆਂ ਨੇਗੀਆਂ। ਮੰਨ ਲਓ ਇੱਕ ਇਹ 2 3 4, ਤਾਂ ਇਸ ਦੀ ਫਲਕਸ ਕਿੰਨੀ ਆ ਗਈ 4 ਯੂਨਿਟਸ। ਠੀਕ, ਹੁਣ ਆਪਾਂ ਇੱਕ ਹੋਰ ਡਾਇਗਰਾਮ ਅਸਿਊਮ ਕਰ ਦਿਆਂਗੇ ਜਿੱਥੇ ਇਲੈਕਟ੍ਰਿਕ ਫੀਲਡ ਦੀ ਆਪਾਂ ਜਿਵੇਂ ਕਿ ਆਹ ਵਾਲਾ ਏਰੀਆ, ਮੰਨ ਲਓ ਇਸ ਵਿੱਚ ਦੀ ਵੱਧ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਕਰ ਰਹੀਆਂ ਨੇ। ਇਸ ਏਰੀਆ ਵਿੱਚ ਦੀ ਕਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਕਰ ਰਹੀਆਂ ਆਪਾਂ ਗਿਣ ਲੈਣੇ ਆ 1 2 3 4 5 6 7, ਤਾਂ ਇਸ ਦੀ ਫਲਕਸ ਕਿੰਨੀ ਹੋਗੀ 7। ਕਲੀਅਰ ਹੈ। ਇਸ ਤਰ੍ਹਾਂ ਜੇ ਆਪਾਂ ਏਰੀਆ ਵਧਾ ਦਿੰਦੇ ਹਾਂ ਤਾਂ ਏਰੀਆ ਵਧਾਉਣ ਦੇ ਨਾਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੋਣੀਆਂ ਜਿਹੜੀਆਂ ਉਹ ਵੀ ਵੱਧ ਜਾਂਦੀਆਂ ਨੇਗੀਆਂ। ਆਪਾਂ ਕਹਿ ਸਕਦੇ ਹਾਂ ਕਿ ਉਹਦੀ ਫਲਕਸ ਵੱਧ ਗਈ। ਠੀਕ ਹੈ, ਜੇ ਆਪਾਂ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਵਧਾਈ, ਇਲੈਕਟ੍ਰਿਕ ਫੀਲਡ ਦੀ ਸਟਰੈਂਥ ਕਿਵੇਂ ਵਧਾ ਸਕਦੇ ਹਾਂ ਆਪਾਂ ਇਲੈਕਟ੍ਰਿਕ ਫੀਲਡ ਲਾਈਨਸ ਨੂੰ ਨੈਰੋ ਕਰਕੇ। ਤਾਂ ਉਹ ਆਪਾਂ ਇੱਥੇ ਅਗਲੀ ਡਾਇਗਰਾਮ ਵਿੱਚ ਦੇਖ ਲੈਂਦੇ ਹਾਂ। ਮੰਨ ਲਓ ਏਰੀਆ ਇਹਦੇ ਜਿੰਨੀ ਆ ਸੇਮ, ਠੀਕ ਹੈ, ਇਹਦੇ ਵਿੱਚ ਆਪਾਂ ਹੁਣ ਪਹਿਲਾਂ ਇਲੈਕਟ੍ਰਿਕ ਫੀਲਡ ਲਾਈਨਸ ਜੋ ਸੀ ਉਹ ਦੂਰ ਦੂਰ ਸੀ, ਹੁਣ ਆਪਾਂ ਕਾਫੀ ਜ਼ਿਆਦਾ ਨੈਰੋ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਕਰ ਲੈਂਦੇ ਹਾਂ। ਇੱਥੇ ਇਲੈਕਟ੍ਰਿਕ ਫੀਲਡ ਲਾਈਨ ਦੀ ਸਟਰੈਂਥ ਜ਼ਿਆਦਾ ਹੈ, ਤਾਂ ਹੁਣ ਇੱਥੇ ਕਿੰਨੀਆਂ ਪਾਸ ਹੋ ਰਹੀਆਂ ਨੇ 1 2 3 4 5 6 7, ਤਾਂ ਇੱਥੇ ਫਲਕਸ ਕਿੰਨੀ ਆ ਗਈ 7 ਆ ਗਈ। ਤਾਂ ਏਰੀਆ ਸੇਮ ਆ, ਇਲੈਕਟ੍ਰਿਕ ਫੀਲਡ ਵਧਾਤਾ, ਇੱਥੇ ਆਪਾਂ ਨੇ ਏਰੀਆ ਇਨਕਰੀਜ਼ ਕਰਿਆ ਸੀਗਾ। ਠੀਕ ਹੈ, ਤਾਂ ਏਰੀਆ ਤੇ ਵੀ ਡਿਪੈਂਡ ਕਰਦੀ ਹੈ, ਇਲੈਕਟ੍ਰਿਕ ਫੀਲਡ ਦੀ ਸਟਰੈਂਥ ਤੇ ਵੀ ਡਿਪੈਂਡ ਕਰਦੀ ਹੈ ਇਲੈਕਟ੍ਰਿਕ ਫਲਕਸ। ਇੱਕ ਤੀਜੀ ਗੱਲ ਆਪਾਂ ਹੋਰ ਪੜਾਂਗੇ ਜੋ ਕਿ ਇਸ ਦੀ ਡੈਫੀਨੇਸ਼ਨ ਦੇ ਵਿੱਚ ਲਿਖਿਆ ਹੈ ਨਾਰਮਲ ਟੂ ਇਟ। ਨਾਰਮਲ ਟੂ ਇਟ ਦਾ ਮਤਲਬ ਕੀ ਹੈ ਪਰਪੈਂਡੀਕੂਲਰਲੀ ਪਾਸ ਹੋਣੇ ਚਾਹੀਦੇ ਨੇ ਜੋ ਲਾਈਨਾਂ ਨੇ ਸਾਰੀਆਂ, ਐ ਨਹੀਂ ਹੈਗਾ ਕਿਸੇ ਐਂਗਲ ਤੇ। ਜਿਵੇਂ ਕਿ ਐਗਜ਼ਾਮਪਲ ਮੰਨ ਲਓ ਆ ਇਲੈਕਟ੍ਰਿਕ ਫੀਲਡ ਹੈ, ਆਪਣਾ ਜੋ ਸਰਫੇਸ ਹੈ ਉਹ ਇਸ ਤਰ੍ਹਾਂ ਰੱਖਤਾ ਆਪਾਂ ਨੇ, ਇਹੀ ਸਰਫੇਸ ਨੂੰ ਆਪਾਂ ਇਸ ਤਰ੍ਹਾਂ ਟਿਲਟ ਕਰਕੇ ਰੱਖਦਾ। ਤਾਂ ਹੁਣ ਤੁਸੀਂ ਦੱਸੋ ਇਹਦੇ ਵਿੱਚ ਦੀ ਪਰਪੈਂਡੀਕੂਲਰਲੀ ਕਿੰਨੀਆਂ ਲਾਈਨਾਂ ਪਾਸ ਹੋਣਗੀਆਂ, ਕੋਈ ਲਾਈਨ ਪਾਸ ਹੋਊਗੀ, ਤੁਸੀਂ ਆਪ ਦੱਸੋ, ਕੋਈ ਲਾਈਨ ਨਹੀਂ ਪਾਸ ਹੋਊਗੀ, 0। ਤਾਂ ਇਸ ਦੀ ਫਲਕਸ ਕਿੰਨੀ ਆ 0। ਇੱਥੇ ਕੀ ਕਰਿਆ ਆਪਾਂ ਨੇ, ਏਰੀਆ ਉਹੀ ਆ, ਉਹੀ ਪਲੇਟ ਆ, ਉਹੀ ਮੰਨ ਲਓ ਫਰੇਮ ਹੈ, ਉਹੀ ਏਰੀਆ ਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਰੱਖਿਆ ਸੀ, ਇਹਦੇ ਵਿੱਚ ਦੀ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੋ ਗਈਆਂ ਸੀ। ਹੁਣ ਇਹੀ ਏਰੀਆ ਨੂੰ ਆਪਾਂ ਇਸ ਤਰ੍ਹਾਂ ਰੱਖਤਾ, ਇਹਦੇ ਵਿੱਚ ਦੀ ਕੋਈ ਇਲੈਕਟ੍ਰਿਕ ਫੀਲਡ ਲਾਈਨ ਪਾਸ ਨਹੀਂ ਹੋਈ ਜੋ ਕਿ ਪਰਪੈਂਡੀਕੂਲਰ ਹੋਵੇ। ਇਲੈਕਟ੍ਰਿਕ ਫੀਲਡ ਇੱਧਰ ਹੈ, ਇਸ ਦਾ ਏਰੀਆ ਵੈਕਟਰ ਇੱਧਰ ਹੈ। ਤਾਂ ਇੱਥੋਂ ਕੀ ਪਤਾ ਲੱਗਿਆ ਆਪਾਂ ਨੂੰ ਕਿ ਇਲੈਕਟ੍ਰਿਕ ਫੀਲਡ ਤੇ ਏਰੀਆ ਵੈਕਟਰ ਜੋ ਆਪਾਂ ਪਹਿਲਾਂ ਪਿੱਛੇ ਪੜਿਆ ਹੈਗਾ, ਉਹਨਾਂ ਦੇ ਵਿੱਚ ਜੋ ਐਂਗਲ ਹੈ ਥੀਟਾ, ਉਸ ਤੇ ਵੀ ਡਿਪੈਂਡ ਕਰਦਾ ਕਿ ਇਲੈਕਟ੍ਰਿਕ ਫਲਕਸ ਕਿੰਨੀ ਹੋਵੇਗੀ। ਤਾਂ ਹੁਣ ਆਪਾਂ ਇਹਦੇ ਫਾਰਮੂਲੇ ਤੇ ਜਾਣਾਂਗੇ ਕਿ ਇਸ ਦਾ ਫਾਰਮੂਲਾ ਕੀ ਹੋਵੇਗਾ। ਇਹਨਾਂ ਸਾਰੇ ਜਦੋਂ ਜਨਰਲਾਈਜ਼ ਕਰਕੇ ਆਪਾਂ ਕੀ ਰਿਜ਼ਲਟ ਕੱਢਿਆਗਾ ਕਿ ਇਲੈਕਟ੍ਰਿਕ ਫਲਕਸ ਇਜ਼ ਡਿਪੈਂਡ ਅਪਨ ਨੰਬਰ 1 ਇਲੈਕਟ੍ਰਿਕ ਫੀਲਡ, ਨੰਬਰ 2 ਏਰੀਆ, ਏਰੀਆ ਵੱਧ ਹੋਵੇ ਤਾਂ ਵੱਧ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੋਣਗੀਆਂ, ਘੱਟ ਹੋਵੇ ਤਾਂ ਘੱਟ ਪਾਸ ਹੋਣਗੀਆਂ। ਨੰਬਰ 3 ਥੀਟਾ, ਤੇ ਥੀਟੇ ਦੇ ਨਾਲ ਆਪਣੇ ਕੀ ਆ ਐਂਗਲ ਨੂੰ ਆਪਾਂ ਲਿਖਾਂਗੇ cos ਥੀਟਾ। ਇਹਦੇ ਬਾਰੇ ਹੁਣ ਮੈਂ ਬਾਅਦ ਚ ਡਿਸਕਸ ਕਰਦਾ ਵੀ ਇਹ ਕਿਵੇਂ, ਇਹ ਫਾਰਮੂਲਾ ਕਿਸ ਤਰ੍ਹਾਂ ਬਣੇਗਾ EDS cos ਥੀਟਾ। ਇਸ ਨੂੰ ਆਪਾਂ ਡਾਟ ਪ੍ਰੋਡਕਟ ਦੇ ਵਿੱਚ ਵੀ ਲਿਖ ਸਕਦੇ ਹਾਂ ਕਿ ਵੈਕਟਰਸ ਦੀ ਫਾਰਮ ਦੇ ਵਿੱਚ ਕਿਸ ਤਰ੍ਹਾਂ E ਵੈਕਟਰ ਡਾਟ DS ਵੈਕਟਰ। ਇਹ ਹੋ ਗਈ ਆਪਣੇ ਕੋਲੇ ਇਲੈਕਟ੍ਰਿਕ ਫਲਕਸ ਦਾ ਫਾਰਮੂਲਾ। ਕਲੀਅਰ ਹੈ। ਹੁਣ ਮੈਂ ਇਸ ਨੂੰ ਥੋੜਾ ਜਿਹਾ ਦੁਬਾਰਾ ਰੱਬ ਕਰਕੇ ਦੁਬਾਰਾ ਸਮਝਦੇ ਆਂਗੇ ਅੱਗੇ। ਤਾਂ ਆਪਾਂ ਨੇ ਦੇਖਿਆ ਕਿ ਇਲੈਕਟ੍ਰਿਕ ਫਲਕਸ ਦਾ ਫਾਰਮੂਲਾ ਕਿੰਨਾ ਆਇਆ E ਡਾਟ ds ਵੈਕਟਰ। ਇਸ ਨੂੰ ਆਪਾਂ ਇਲੈਕਟ੍ਰਿਕ ਫਲਕਸ ਇਸ ਤਰ੍ਹਾਂ ਲਿਖ ਸਕਦੇ ਹਾਂ। ਕਈ ਵਾਰ ਕਈ ਬੁక్స్ ਦੇ ਵਿੱਚ ਇਸ ਨੂੰ d5 ਵੀ ਲਿਖ ਲੈਂਦੇ ਆਪਾਂ ਵੀ ਸਮਾਲ ਇਲੈਕਟ੍ਰਿਕ ਫਲਕਸ, ਕਿਉਂਕਿ ਜੋ ਏਰੀਆ ਹੈ ਉਹ ਸਮਾਲ ਮੰਨ ਲੈਂਦੇ ਆਪਾਂ। ਫੋਰ ਐਗਜ਼ਾਮਪਲ ਜਿਵੇਂ ਕਿ ਆਪਣੇ ਕੋਲੇ ਇੱਕ ਡਿਸਕ ਹੈ, ਪਰਪੈਂਡੀਕੂਲਰ ਫਾਰਮ ਦੇ ਵਿੱਚ ਮੈਂ ਡਿਸਕ ਰੱਖੀ ਆ, ਇਹਦੀ ਆਪਾਂ ਇਲੈਕਟ੍ਰਿਕ ਫਲਕਸ ਪਤਾ ਕਰਨੀ ਹੈ। ਇਧਰੋਂ ਕੋਈ ਇਲੈਕਟ੍ਰਿਕ ਫੀਲਡ ਆ ਰਿਹਾ ਹੈਗਾ, ਮੰਨ ਲਓ ਕਿ ਆਪਾਂ ਨੇ ਇੱਥੇ ਰੱਖਤਾ ਕੋਈ ਪੋਜ਼ਿਟਿਵ ਚਾਰਜ, ਕਿਉਂ ਪੋਜ਼ਿਟਿਵ ਚਾਰਜ ਤੋਂ ਇਲੈਕਟ੍ਰਿਕ ਫੀਲਡ ਲਾਈਨਸ ਕੀ ਹੁੰਦੀਆਂ ਨੇ ਓਰੀਜਿਨੇਟ ਹੁੰਦੀਆਂ ਨੇ ਜਾਂ ਸਟਾਰਟ ਹੁੰਦੀਆਂ ਨੇ।
ਤਾਂ ਇਹ ਇਲੈਕਟ੍ਰਿਕ ਫੀਲਡ ਲਾਈਨਸ ਇੱਧਰ ਵੀ ਜਾਣਗੀਆਂ, ਇੱਧਰ ਵੀ ਜਾਣਗੀਆਂ, ਇੱਧਰ ਵੀ ਜਾਣਗੀਆਂ। ਜਿੰਨੀ ਕਿ ਇਸ ਦੀ ਸਟਰੈਂਥ ਹੋਊਗੀ ਉਸ ਦੇ ਹਿਸਾਬ ਨਾਲ ਇੱਧਰ ਵੀ ਜਾਣਗੀਆਂ ਸਾਰੇ ਪਾਸੇ। ਠੀਕ ਹੈ, ਮੈਂ ਇੱਧਰ ਜ਼ਿਆਦਾ ਨਹੀਂ ਬਣਾ ਰਿਹਾ ਕਿਉਂਕਿ ਅੱਗੇ ਲਿਖਿਆ ਹੋਇਆ ਹੈਗਾ। ਇੱਧਰ ਆਪਾਂ ਧਿਆਨ ਰੱਖਦੇ ਹਾਂ ਕਿ ਇਹ ਆਪਣਾ ਜੋ ਸਰਫੇਸ ਹੈ ਇਸ ਦੇ ਵਿੱਚ ਦੀ ਇਲੈਕਟ੍ਰਿਕ ਫੀਲਡ ਲਾਈਨਸ ਕਿੰਨੀਆਂ ਲੰਘ ਰਹੀਆਂ ਨੇ? 3 ਲੰਘ ਰਹੀਆਂ ਨੇ। ਬਟ ਇਹ ਜ਼ਰੂਰੀ ਨਹੀਂ ਕਿ 3 ਨਾਰਮਲ ਨੇ। ਨਾਰਮਲ ਤਾਂ ਨਹੀਂ ਹੈਗੀਆਂ ਇਹ। ਕਿਉਂ ਨਹੀਂ ਨਾਰਮਲ ਹੈਗੀਆਂ? ਦੇਖੋ ਇਸ ਦਾ ਜੋ ਏਰੀਆ ਵੈਕਟਰ ਹੈ ਉਹ ਮੰਨ ਲਓ ਇਸ ਤਰ੍ਹਾਂ ਹੈ, ਪੂਰੀ ਦੀ ਪੂਰੀ ਪਲੇਨ ਦਾ ਏਰੀਆ ਵੈਕਟਰ ਇਸ ਡਾਇਰੈਕਸ਼ਨ ਦੇ ਵਿੱਚ ਹੈ। ਤਾਂ ਇਹ ਹੋ ਗਿਆ ਇਸ ਦਾ ਏਰੀਆ ਵੈਕਟਰ ਇਸ ਪੁਆਇੰਟ ਤੇ। ਇਸ ਨੂੰ ਮੈਂ ਲਿਖੂੰਗਾ ds ਛੋਟਾ ਜਿਹਾ ਏਰੀਆ ਮੰਨਿਆ ਇਸ ਪੂਰੀ ਸਰਫੇਸ ਦਾ। ਤਾਂ ਇਹ ਹੋ ਗਿਆ ਇਹਦਾ ds ਵੈਕਟਰ ਇਸ ਪੁਆਇੰਟ ਤੇ। ਠੀਕ ਹੈ, ਜੇ ਮੈਂ ਇਸ ਪੁਆਇੰਟ ਦੀ ਗੱਲ ਕਰਾਂ ਇੱਥੇ ਮੈਂ ਜਿਹੜਾ ds ਮੰਨੂਗਾ, ਉਰੇ 1 ਲੈ ਲਓ, ਉਰੇ 2 ਲੈ ਲਓ, ਤਾਂ ਇਸ ਦਾ ਜੋ ਡਾਇਰੈਕਸ਼ਨ ਹੋਗੀ ਉਹ ਹੋਗੀ ds2 ਵੈਕਟਰ। ਇਸੇ ਤਰ੍ਹਾਂ ਇਸ ਪੁਆਇੰਟ ਤੇ ds3 ਇਸ ਦੀ ਡਾਇਰੈਕਸ਼ਨ ਇਹ ਹੋਗੀ ds3 ਵੈਕਟਰ। ਤਾਂ ਤਿੰਨਾਂ ਦੇ ਅਲੱਗ-ਅਲੱਗ ਐਂਗਲ ਬਣ ਰਹੇ ਨੇ, ਆ θ3, θ1, θ2। ਤਾਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਜੋ ds ਵੈਕਟਰ ਹੈ, ds ਏਰੀਆ ਹੈ, ਉਹ ਸਮਾਲ ਪਾਰਟ ਲੈਣੇ ਆਪਾਂ ਕਿਸੇ ਪੂਰੇ ਏਰੀਏ ਦਾ। ਤਾਂ ਉਹਦੇ ਕਰਕੇ ਜੋ ਫਲਕਸ ਆਵੇਗੀ ਉਹ ਸਮਾਲ ਫਲਕਸ ਆਵੇਗੀ। ਟੋਟਲ ਫਲਕਸ ਪਤਾ ਕਰਨ ਵਾਸਤੇ ਆਪਾਂ ਇਸ ਦੀ ਇੰਟੀਗ੍ਰੇਸ਼ਨ ਕਰ ਸਕਦੇ ਹਾਂ E.ds ਵੈਕਟਰ। ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਟੋਟਲ ਫਲਕਸ ਹੈ ਇਹ। ਕਲੀਅਰ ਹੈ? ਜੇ ਤਾਂ ਸਰਫੇਸ ਹੋਵੇ ਕਲੋਜ਼ਡ ਬੰਦ ਸਰਫੇਸ, ਜਿਵੇਂ ਕਿ ਕਿਊਬ ਹੈ, ਕਿਊਬ ਬੰਦ ਸਰਫੇਸ ਹੈ, ਇਹਦੇ ਵਿੱਚ ਕੋਈ ਚਾਰਜ ਪਿਆ ਹੈਗਾ ਉਹਦੇ ਕਰਕੇ ਫਲਕਸ ਪਤਾ ਕਰਨੀ ਹੋਵੇ ਆਪਾਂ, ਜਾਂ ਕੋਈ ਸਫੀਅਰ ਆ ਇਹਦੇ ਵਿੱਚ ਸੈਂਟਰ ਤੇ ਚਾਰਜ ਪਿਆ ਹੈਗਾ ਉਹਦੇ ਕਰਕੇ ਆਪਾਂ ਸਫੀਅਰ ਤੇ ਇਲੈਕਟ੍ਰਿਕ ਫਲਕਸ ਪਤਾ ਕਰਨੀ ਹੋਵੇ ਤਾਂ ਕਲੋਜ਼ਡ ਵਾਸਤੇ ਇੱਥੇ ਆਪਾਂ ਕਲੋਜ਼ਡ ਪਾ ਦਾਂਗੇ, ਅਦਰਵਾਈਜ਼ ਓਪਨ ਰੱਖਾਂਗੇ। ਜਿਵੇਂ ਕਿ ਆ ਸਰਫੇਸ ਸੀਗਾ, ਇਹ ਓਪਨ ਸਰਫੇਸ ਸੀਗਾ। ਤਾਂ ਇਸ ਤਰ੍ਹਾਂ ਆਪਾਂ ਫਲਕਸ ਪਤਾ ਕਰ ਸਕਦੇ ਹਾਂਗੇ ਕਿਸੇ ਵੀ ਏਰੀਏ ਦੇ ਵਿੱਚ ਦੀ ਜੋ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੋ ਰਹੀਆਂ ਨੇ ਉਹਦੇ ਅਕੋਰਡਿੰਗ। ਹੁਣ ਆਪਾਂ ਦੋ ਐਗਜ਼ਾਮਪਲ ਹੋਰ ਕਰ ਦੇਗੇ ਕਿ ਮੰਨ ਲਓ ਆਪਣੇ ਕੋਲ ਹੈ एंगल की गल कर रहे हैं, थीटे वाले एंगल की। मान लो अपने को इलेक्ट्रिक फील्ड जो है आ एरिया वेक्टर सीगा, ds वेक्टर इस तरफ आ रहा है, एरिया वेक्टर जो है। मान लो इलेक्ट्रिक फील्ड अपना इस डायरेक्शन दे विच है, जरूरी नहीं कि हमेशा इलेक्ट्रिक फील्ड नॉर्मल ही लंघूगा, हो सकता किसी एंगल ते लंघ रहा होवे। तो मान लो आ इलेक्ट्रिक फील्ड दी डायरेक्शन है, तो एरिया वेक्टर ते इलेक्ट्रिक फील्ड दे विच एंगल कितना है? थीटा। ठीक है, तो हुण आपां की करदे हैं कि इलेक्ट्रिक फील्ड जो आपां डेफिनेशन पढ़ी सी, डेफिनेशन की सी कि इलेक्ट्रिक फील्ड लाइंस पासिंग थ्रू ए एरिया नॉर्मल टू इट्स सरफेस। नॉर्मल मतलब परपेंडिकुलर टू इट्स सरफेस। तो इस सरफेस दे परपेंडिकुलर जो इलेक्ट्रिक फील्ड लाइंस लंघणगीआं ओही आपां इहदे विच कैलकुलेट कर रहे हैं इलेक्ट्रिक फ्लक्स पता करन दे विच। तो ये तो परपेंडिकुलर लंघ रही, ये तो परपेंडिकुलर लंघ नहीं रही, तो आपां इहदे कंपोनेंट्स ब्रेक कर लांगे किवें? वेक्टर फॉर्म दे विच आपां नूं पता है कि इसके दो कंपोनेंट बन सकते हैं। थीटे वाले पासे किहड़ा कंपोनेंट हुंदा है? याद है ना, इन्ना कि याद ही होगा +1 दा, ये होगा e cos थीटा। ठीक, तो इसके परपेंडिकुलर जो होगा e sin थीटा। तो ये जो कंपोनेंट्स अपने ब्रेक किए ने, हुण इत्थों आपां पता करांगे। हुण जो ये कंपोनेंट है e cos थीटा, ये है परपेंडिकुलर टू द सरफेस, ਜਾਂ कह लो इन द डायरेक्शन ऑफ एरिया वेक्टर। एरिया वेक्टर दी डायरेक्शन दे विच कंपोनेंट होना चाहिए है, ਉਹੀ ਆਪਾਂ ਕੈਲਕੂਲੇਟ ਕਰਾਂਗੇ। ਤਾਂ ਹੁਣ ਇੱਥੋਂ ਆਪਾਂ ਇਸ ਤੋਂ ਪਤਾ ਕਰ ਲਾਂਗੇ ਇਲੈਕਟ੍ਰਿਕ ਫਲਕਸ I = ਕਿੰਨਾ ਏਰੀਆ ਇਸ ਦਾ। ਠੀਕ ਹੈ, ਜਿਵੇਂ E ds cos थीटा। ਤਾਂ ਇਸ ਤਰ੍ਹਾਂ ਇਹ ਫਾਰਮੂਲਾ ਆਪਾਂ ਕੋਲ E ਤੇ cos थीटा ਕੀ ਆ, ਇਹ ਕੰਪੋਨੈਂਟ ਆ ਜੋ ਕਿ ਪਰਪੈਂਡੀਕੂਲਰ ਆ। ਆਪਾਂ ਸਿਰਫ ਪਰਪੈਂਡੀਕੂਲਰ ਕੰਪੋਨੈਂਟ ਹੀ ਅਸਿਊਮ ਕਰਨੇ ਨੇਗੇ, ਬਾਕੀ ਜੋ ਦੂਜੇ ਕੰਪੋਨੈਂਟ ਨੇ ਉਹ ਨਹੀਂ ਅਸਿਊਮ ਕਰਨੇ। ਹੁਣ ਤੁਹਾਡੇ ਲਈ ਕੁਐਸਚਨ ਇੱਕ ਦੋ ਕੁਐਸਚਨ ਮੈਂ ਤੁਹਾਨੂੰ ਟੈਸਟ ਕਰਨ ਲਈ ਪਾਉਣਾ ਹੈ ਜੋ ਤੁਸੀਂ ਆਪਣੇ ਆਪ ਕਰਨੇ ਨੇ। ਮੰਨ ਲਓ ਆਪਣੇ ਕੋਲੇ ਇਹ ਵਾਲਾ ਯੂਨੀਫਾਰਮ ਇਲੈਕਟ੍ਰਿਕ ਫੀਲਡ ਜਾ ਰਿਹਾ ਹੈ, ਇਸ ਦੇ ਵਿੱਚ ਆਪਾਂ ਨੇ ਏਰੀਆ ਵੈਕਟਰ ਰੱਖਣਾ ਹੈ। ਇੱਕ ਤਾਂ ਉਹਦਾ ਸਭ ਤੋਂ ਪਹਿਲਾ ਕੇਸ ਹੋ ਗਿਆ ਨਾਰਮਲ, ਪਰਪੈਂਡੀਕੂਲਰ ਮੈਂ ਇਸ ਤੇ ਰੱਖਦਾ ਹੈ। ਇਸ ਦੀ ਫਲਕਸ ਕਿੰਨੀ ਹੋਵੇਗੀ? ਠੀਕ ਹੈ, ਇੱਕ ਤਾਂ ਇਹ। ਦੂਜਾ ਹੈ ਆਪਣੇ ਕੋਲੇ ਐਂਗਲ ਤੇ ਰੱਖਿਆ ਹੋਇਆ, मान लो मैं 60 डिग्री एंगल दे रखदा। तीजी डायग्राम है अपने कोले इस तरह, पैरेलल टू द इलेक्ट्रिक फील्ड। हुणे तीन केस ने अपने कोले, तीनों केसेस दे विच आपां इलेक्ट्रिक फ्लक्स पता करनी है।
आओ आप देखते हैं कि इलैक्ट्रिक फ्लक्स कितनी होगी। सब तो पहला केस डिस्कस करते हैं, फिर दूजा करांगे, फिर तीजा केस। फर्स्ट केस दे विच की है अपने कोले सारी दी सारियां इलैक्ट्रिक फील्ड लाइनस ने जो परपेंडिकुलरली पास हो रही ने एरिया विच दी। तो अपने कोले की आऊगा फ्लक्स इन फर्स्ट केस इज इक्वल टू ई ds cos थीटा। थीटा एंगल कितना होगा, बोलो कितना एंगल होगा, एरिया वेक्टर ते इलैक्ट्रिक फील्ड दे विच कितना एंगल आया, एरिया भी उधर ही जा रहा ते इलैक्ट्रिक फील्ड भी उधर ही जा रहा, तां एंगल हो गया 0 डिग्री फर्स्ट केस दे विच। cos 0 होगा 1 तां एरिया आ गया e फ्लक्स आ गई e ds, ये होगी मैक्सिमम। ठीक है, फर्स्ट केस दे विच जो फ्लक्स होगी वो मैक्सिमम होगी। हुण यही सरफेस है जो इसनों मैं टिल्ट करता 60 डिग्री, हुण की होवेगा दसो, 60 डिग्री ते टिल्ट करने नाल की हो गया, एंगल का फर्क पै गया थीटे का। तो अपने कोल जो फार्मूला है फाई दा e ds cos थीटा, ये फार्मूले ते आपां ने इसनों हल कर रहे, न्यूमेरिकल किन्ने मर्जी बना लो इसते। ठीक है, तो हुण आपां देखदे हां कि कितना सेकंड केस दे विच फाई 2 इज इक्वल टू e ds cos कितना हो गया जी, दसो इत्थे cos कितने डिग्री है एंगल दा, मैं 60 डिग्री ते रोटेट करता, आपां ने देखना हुण इहदा एंगल इस दा परपेंडिकुलर ये जाएगा ds वेक्टर। तो हुण देखो ds वेक्टर ते e दे विच कितने डिग्री दा एंगल है, दसो ds वेक्टर ते e दे विच कितने डिग्री दा एंगल है, इत्थों तो पता लग ही जाऊगा कि नहीं लग सकता। 30 डिग्री। ठीक है, क्योंकि आपने इस तरह ट्रेड करा 30 डिग्री कट के करके रखा ताकि ये 60 डिग्री ते बच गया, तो बाकी आपने एंगल कितना चेंज करता 30 डिग्री का चेंज कर एंगल। वैसे भी अपने नॉर्मल ते इहदे विच 90 डिग्री बनना चाहिए, 60 है या 30 है, तो इत्थे cos 30 डिग्री, तो e ds cos 30 कितना होता है √3/2, तो ये अपने को आंसर आ गया। सेकंड केस दे विच फ्लक्स इन्नी होगी। हुण आपां गल करदे हां थर्ड केस दी। थर्ड केस दे विच देखो तुसी जो एरिया वेक्टर सी मैं उसनु पैरेलल टू एरिया नु आपां पैरेलल टू दा इलैक्ट्रिक फील्ड रखता, ते ओदा जो एरिया वेक्टर है वो हो गया परपेंडिकुलर टू इलैक्ट्रिक फ्लक्स, ये दा एरिया वेक्टर है ds वेक्टर। एरिया वेक्टर ते इलैक्ट्रिक फील्ड दे विच किन्ने दा एंगल बनदा है 90 डिग्री दा, ਤਾਂ ਫਲਕਸ ਤੀਜੇ ਕੰਪੋਨੈਂਟ ਦੇ ਵਿੱਚ ਕਿੰਨੀ ਆ ਗਈ e ds cos 90 डिग्री। cos 90 ਹੁੰਦਾ 0, ਤਾਂ ਫਲਕਸ ਕਿੰਨੀ ਆ 0 ਮਿਨੀਮਮ। ਤਾਂ ਇਸ ਤਰ੍ਹਾਂ ਆਪਾਂ ਕਿੰਨੇ ਵੀ ਆਰਟੀਕਲ ਕਿੰਨੇ ਵੀ ਨਿਊਮੈਰੀਕਲ ਆਪਾਂ ਇਸ ਤੋਂ ਪਤਾ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਇਲੈਕਟ੍ਰਿਕ ਫਲਕਸ ਪਤਾ ਕਰਨੀ ਹੋਵੇ। ਠੀਕ ਹੈ, ਇਹ ਜੋ ਨਿਊਮੈਰੀਕਲ ਨੇਗੇ ਇਸ ਤਰ੍ਹਾਂ ਦੇ ਜੋ ਕੁਐਸਚਨ ਨੇਗੇ ਉਹ जेई मेन्स ਦੇ ਕੁਐਸਚਨ ਜਾਂ ਨੀਟ ਦੇ ਵਿੱਚ ਵੀ ਪੁੱਛੇ ਜਾਂਦੇ ਨੇਗੇ ਕਿ ਫਾਈਂਡ ਦਾ ਇਲੈਕਟ੍ਰਿਕ ਫਲਕਸ ਕਿੰਨੀ ਹੋਵੇਗੀ। ਠੀਕ ਹੈ, ਬਾਕੀ ਇਹਦੇ ਡਿਟੇਲ ਦੇ ਵਿੱਚ ਆਪਾਂ ਬਹੁਤ ਸਾਰੇ ਨਿਊਮੈਰੀਕਲ ਕਰ ਸਕਦੇ ਹੈਗੇ। ਨਿਊਮੈਰੀਕਲ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਵਾਉਂਗਾ। ਤਾਂ ਅੱਜ ਦਾ ਟੌਪਿਕ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅਗਲੇ ਟੌਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਗੌਸ ਥਿਊਰਮ ਬਾਰੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ, ਬਾਏ ਬਾਏ।